ਕੀ ਸਿਰਸਾ ਪੰਥ ਲਈ ਇੰਨਾ ਵੱਡਾ ਖਤਰਾ ਹੈ ਜੇ ਬੀਜੇਪੀ ਦੇ ਵਿੱਚ ਚਲਾ ਗਿਆ? ਦੇਖੋ, ਮੈਨੂੰ ਇੱਕ ਗੱਲ ਫਿਰ ਉਹ ਇਤਿਹਾਸ ਦੀ ਗੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮੂੰਹੋਂ ਤਾਂ ਜਿੱਦਾਂ ਹੈ ਵੀ ਜੇ ਲੰਕਾ ਤੇ ਰਾਮ ਤੇ ਵਿਭੀਸ਼ਣ ਦੀ ਗੱਲਾਂ ਹੋਣ, ਉਹ ਨਹੀਂ ਗਈਆਂ। ਵੈਦਰ ਹੁਣ ਲੰਕਾ ਵਾਲੇ ਪਤਾ ਨਹੀਂ ਮੰਨਦੇ ਨੇ ਕਿ ਨਹੀਂ ਮੰਨਦੇ ਵੀ ਕੋਈ ਵਿਭੀਸ਼ਣ ਸੀ ਜਾਂ ਰਾਵਣ ਸੀ ਜਾਂ ਨਹੀਂ ਸੀ। ਪਹਿਲੀ ਚੀਜ਼ ਤਾਂ ਹੈ ਸਿੰਬਲੀ ਜਿਹੜੀ ਹੈਗੀ ਹੈ ਉਹ ਬਹੁਤ ਐਪਰੋਪਰੀਏਟ ਨਹੀਂ ਹੈ। ਦੂਸਰੀ ਗੱਲ, ਜੇ ਹੁਣ ਹੈਗਾ ਕਿ ਉਹ ਵਿਭੀਸ਼ਣ ਉਸ ਨੂੰ ਕਹਿ ਤਾ ਅਤੇ ਉਹਦਾ ਨਾਂ ਕੋਈ ਨਹੀਂ ਲੈਂਦਾ ਵੀ ਉਹਨਾਂ ਲੰਕਾ ਢਾਹਤੀ, ਵੀ ਇਹੋ ਜਿਹੀ ਕਿਹੜੀ ਲੰਕਾ ਸੀ? ਲੰਕਾ ਦੀ ਜਿਹੜੀ ਸਿੰਬੋਲਾਈਜ਼ ਹੁੰਦੀ ਹੈ ਵੀ ਲੰਕਾ ਨੂੰ ਤਾਂ ਨੈਗੇਟਿਵ ਦੇਖਿਆ ਜਾਂਦਾ ਵੀ ਰਾਵਣ ਦੀ ਲੰਕਾ ਜੇ ਨੈਗੇਟਿਵ ਲਿੱਤਾ ਜਾਂਦਾ, ਹਾਲਾਂਕਿ ਇਹ ਕੋਈ ਇਤਿਹਾਸਕ ਹੈ ਕਿ ਨਹੀਂ, ਇਹ ਗੱਲ ਵੱਖਰੀ ਹੈ। ਅਤੇ ਇਹਦਾ ਮਤਲਬ ਕੀ ਹੈ ਕਿ ਤੁਹਾਡੀ ਨੈਗੇਟਿਵ ਲੰਕਾ ਨੂੰ ਉਹ ਵਿਭੀਸ਼ਣ ਢਾਹ ਗਿਆ, ਸਰਸਾ। ਪਹਿਲਾ ਇੱਕ ਬੜਾ ਵੱਡਾ ਸਵਾਲ ਆ। ਦੂਜੀ ਰਹੀ ਚੀਜ਼ ਕਿ ਮੈਂ ਤਾਂ ਦੇਖੋ ਗੱਲ ਕੀ ਕਹਾਂ ਕਿ ਕੋਈ ਵੀ ਪੋਲੀਟੀਕਲ ਬੰਦਾ ਹੈ, ਮੈਂ ਦੇਖੋ ਕਈ ਗੱਲਾਂ ਗੁੱਝੀਆਂ ਨੇ, ਕਈ ਗੱਲਾਂ ਡੂੰਘੀਆਂ ਨੇ ਜਿਹੜੀ ਮੈਂ ਕਹਿ ਕੇ ਆ, ਉਹ ਇਹ ਹੈ ਕਿ ਕੋਈ ਵੀ ਧਿਰ ਐਸਟੈਬਲਿਸ਼ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਉਹਦੇ ਪਿੱਛੇ ਜਿਹੜੀ ਹੈ ਵੱਡੀ ਤਾਕਤ ਨਹੀਂ ਹੈ। ਇਹ ਹਿੰਦੁਸਤਾਨ ਦੀ ਪੋਲੀਟਿਕਸ ਦਾ ਅਤੇ ਸਮਾਜਿਕ ਸੈਟਅਪ ਦਾ ਸੱਚ ਹੈ, ਇਸ ਨੂੰ ਮੰਨਣਾ ਪਵੇਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸਿਆਣੇ ਬੰਦੇ ਉਦੋਂ ਵੀ ਹੋਣਗੇ ਜਦੋਂ ਉਹ ਐਜ਼ ਅ ਪੋਲੀਟੀਸ਼ੀਅਨ ਐਸਟੈਬਲਿਸ਼ ਹੋਏ, ਲੇਕਿਨ ਕਿਹੜਾ ਸੂਟ ਕੀਤਾ ਅਤੇ ਕਦੋਂ ਕਿਹਦੇ ਉੱਤੇ ਹੱਥ ਆ ਗਿਆ ਇਹ ਉਹਦੇ ਹੈ। ਮਤਲਬ ਠੀਕ ਹੈ, ਬੀਬਾ ਹੋਰੀ ਤਾਂ ਕਹਿਣਗੇ ਵੀ ਠੀਕ ਹੈ ਜੀ ਮਹਾਰਾਜ ਦਾ ਹੱਥ ਆ, ਅਤੇ ਉਹ ਕਿਹੜੇ ਮਹਾਰਾਜ ਨੇ? ਜਿੱਦਾਂ ਹੁਣ ਵੀ ਤਾਜ਼ੀਆਂ ਵੀਡੀਓਜ਼ ਚੱਲ ਰਹੀਆਂ ਨੇ ਅੱਜ ਕੱਲ੍ਹ, ਉਹ ਕਿੱਥੇ ਕਿਹੜੇ ਮਹਾਰਾਜ ਨੇ? ਨੀਤ ਨਵਾਂ ਇਹਨਾਂ ਨੇ ਤਾਂ ਇਸ ਤਰ੍ਹਾਂ ਬਣਾਇਆ ਪਿਆ, ਹਰ ਰੋਜ਼ ਇਹਨਾਂ ਦਾ ਨਵਾਂ ਆ। ਉਹ ਗੱਲ ਹੈਗੀ ਆ, ਰਾਈਟ। ਹੁਣ ਮੇਰੇ ਕਹਿਣ ਦਾ ਭਾਵ ਕੀ ਹੈ ਕਿ ਪੋਲੀਟੀਕਲ ਸੈਟਅਪ ਦੇ ਵਿੱਚ ਫਿੱਟ ਹੀ ਉਹ ਬੰਦੇ ਹੋਣਗੇ, ਅਹੁਦਿਆਂ 'ਤੇ ਆਉਣਗੇ ਹੀ ਉਹ ਕਿ ਜਿਹੜੇ ਕਿ ਉਸ ਸੈਟਅਪ ਦੇ ਵਿੱਚ ਐਡਜਸਟ ਆਪਣੇ ਆਪ ਨੂੰ ਕਰ ਸਕਣਗੇ। ਉਹ ਕਿਸੇ ਵੇਲੇ ਮਨਜੀਤ ਸਿੰਘ ਆਪਣਾ ਜਿਹੜਾ ਹੈ GK ਨਹੀਂ ਕਰ ਸਕਿਆ, ਕਦੇ ਕਿਸੇ ਵੇਲੇ ਆਪਣਾ ਸਰਨਾ ਹੋਰੀ ਨਹੀਂ ਕਰ ਸਕੇ, ਕਿਸੇ ਵੇਲੇ ਉਹ ਜਿਹੜਾ ਹੈਗਾ ਆਪਣਾ ਸਿਰਸੇ ਨੇ ਕਰ ਲਿੱਤਾ, ਅਤੇ ਕਿਸੇ ਵੇਲੇ ਅੱਜ ਕੱਲ੍ਹ ਨੂੰ ਕੋਈ ਹੋਰ ਹੋਏਗਾ ਉਹ ਕਰ ਲਏਗਾ। ਜੋ ਵੀ ਹੈ, ਜਦੋਂ ਤੱਕ ਅਸੀਂ ਉਸ ਸਾਰੀ ਇਸ ਪੋਲੀਟੀਕਲ ਸੈਟਅਪ ਦੀ ਗੇਮ ਪਲਾਨ ਨੂੰ ਨਹੀਂ ਸਮਝਦੇ, ਉਦੋਂ ਤੱਕ ਇਹ ਛੋਟੀਆਂ ਘਟਨਾਵਾਂ ਨੂੰ ਵਿਚਾਰਨਾ ਗੈਰ ਵਾਜਬ ਹੈ, ਨਾਮ ਹੈਗਾ। ਔਰ ਰਹੀ ਗੱਲ ਕਿ ਇਹ ਤਾਂ ਹੁੰਦਾ ਆ, ਸਵੇਰੇ ਜਿਹੜਾ ਅਕਾਲੀ ਦਲ 'ਚ ਹੈਗਾ ਉਹ ਠੀਕ ਆ, ਜਿਸ ਦਿਨ ਬ੍ਰਹਮਪੁਰਾ ਹੋਰੀ ਚਲੇ ਜਾਣ ਦੂਜੀ ਧਿਰ ਦੇ ਵਿੱਚ ਅਤੇ ਉਦੋਂ ਕਾਂਗਰਸ ਦੇ ਏਜੰਟ ਹੋ ਗਏ। ਸਰਦਾਰ ਢੀਂਡਸਾ ਮੁੱਦਤ ਪਰ ਇਹਨਾਂ ਨਾਲ ਰਹੇ, ਠੀਕ ਨੇ, ਅਤੇ ਅੱਜ ਨਹੀਂ ਹੈ ਅਤੇ ਉਹ ਕਾਂਗਰਸ ਦੇ, ਉਹ BJP ਦੇ ਹੋ ਜਾਣਗੇ। ਔਰ ਹੈ ਵੀ ਹੈ, ਕੋਈ ਐਸਟੈਬਲਿਸ਼ ਜੇ ਹੋਏਗਾ ਅਤੇ ਉਹ ਉਸ ਦੇ ਪਿੱਛੇ ਜੇ ਕੋਈ ਧਿਰ ਹੋਏਗੀ, ਕੋਈ ਕਾਰਨ ਹੋਣਗੇ ਅਤੇ ਤਾਂ ਆ। ਬੜੇ ਸਾਨੂੰ ਸੋਹਣੇ ਪ੍ਰਕਾਸ਼ ਦਾੜਿਆਂ ਵਾਲੇ ਦਿਸਣਗੇ, ਬੜੇ ਸਾਨੂੰ ਸਰੂਪ ਵਾਲੇ ਦਿਸਣਗੇ, ਸਾਨੂੰ ਚੋਲਿਆਂ ਵਾਲੇ ਦਿਸਣਗੇ, ਵੀ ਜਿਹੜੇ ਤਾਲਮੇਲ 'ਚ ਹੋਣਗੇ, ਬੜੇ ਹੋਣਗੇ ਐਸੇ। ਗੱਲ ਕੀ ਹੈ ਕਿ ਜੇ ਰਾਜਨੀਤੀ ਵਿੱਚ ਰਹਿਣਾ, ਜੇ ਰਾਜਨੀਤੀ ਕਰਨੀ ਹੈ, ਜੇ ਇਹ ਸੰਸਥਾਵਾਂ, ਕਿਉਂਕਿ ਇਹ ਸੰਸਥਾਵਾਂ ਜਿਹੜੀਆਂ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਸ਼੍ਰੋਮਣੀ ਕਮੇਟੀ, ਸ਼੍ਰੀ ਅਕਾਲ ਤਖ਼ਤ ਸਾਹਿਬ, ਇਹ ਰਾਜਸੀ ਗਲਬੇ ਦੇ ਵਿੱਚ ਆ ਚੁੱਕੀਆਂ ਨੇ, ਹੈਗੀਆਂ ਨੇ। ਸਾਡਾ ਪਿਛੋਕੜ ਜਿਹੜਾ ਹੈ, ਜੇ ਮੇਰੀ ਉਸ ਪਰਿਵਾਰ ਦੇ ਨਾਲ ਸਾਂਝ ਆ, ਰਿਸ਼ਤੇਦਾਰੀ ਆ, ਮੈਂ ਉਸ ਪਰਿਵਾਰ ਦੇ ਨਾਲ ਪਿਛੋਕੜ ਆ, ਸ਼ਹੀਦ ਭਾਈ ਲਛਮਣ ਸਿੰਘ ਜੀ ਧਾਰੋਵਾਲੀ, ਵੀ ਜਿਨ੍ਹਾਂ ਨੇ ਹੈਗਾ ਉਹ ਲੋਕਾਂ ਨੇ ਕੋਈ ਰਾਜਨੀਤੀ ਲਈ ਥੋੜ੍ਹੀ ਕੀਤਾ, ਉਹਨਾਂ ਨੇ ਤਾਂ ਆਪਾ ਵਾਰਨ ਲਈ ਕੀਤਾ ਜਾ ਕੇ ਸਭ ਕੁਛ। ਆਪਾ ਵਾਰ ਕੇ ਕੌਮ ਦੇ ਕੌਮੀ ਸੰਸਥਾਨ ਜਿਹੜੇ ਬਚਾਉਣ ਦੀ ਗੱਲ ਹੋਈ। ਕੀ ਇਹ ਭਾਵਨਾ ਨਾਲ ਭਾਵੇਂ ਸਰਸਾ ਆਵੇ ਅਤੇ ਭਾਵੇਂ GK ਆਵੇ ਅਤੇ ਭਾਵੇਂ ਕੋਈ ਹੋਰ ਤੀਸਰਾ ਆਵੇ ਅਤੇ ਭਾਵੇਂ ABCD, ਭਾਵੇਂ ਪੰਜਾਬ ਦੀ SGPC 'ਚ ਆਵੇ, ਕੋਈ ਇਸ ਸੋਚ ਨਾਲ ਆਏ? ਜੇ ਇਸ ਸੋਚ ਨਾਲ ਆਏ ਤੁਸੀਂ ਆ ਹੀ ਨਹੀਂ ਸਕਦੇ। ਜੇ ਉੱਥੇ ਆਉਣਾ ਹੈਗਾ ਤਾਂ ਫਿਰ ਉੱਥੇ ਸੋਚ ਨੂੰ ਖਤਮ ਕਰਕੇ ਆਉਣਾ ਪਵੇਗਾ। ਜੀ ਬਿਲਕੁਲ। ਸੋ ਭਾਈ ਸਾਹਿਬ, ਤੁਹਾਡਾ ਕੀ ਹੈ ਇਸ 'ਤੇ ਵਿਚਾਰ ਮਨਜਿੰਦਰ ਸਿਰਸਾ ਵਾਲੇ ਸਵਾਲ? ਦੇਖੋ, ਮਨਜਿੰਦਰ ਸਿੰਘ ਸਿਰਸਾ ਅਸਲ ਵਿੱਚ ਸਿੱਖ ਹੈ ਹੀ ਨਹੀਂ ਸੀ। ਤੁਹਾਡਾ ਸਵਾਲ ਇਹ ਹੀ ਹੈ ਨਾ ਵੀ ਉਹ BJP ਚਲਾ ਗਿਆ, ਕਿ ਸਿੱਖ ਕੌਮ ਕੀ ਪੰਥ ਲਈ ਵੱਡਾ ਖਤਰਾ ਹੈ ਜਾਂ ਪੰਥ ਦਾ ਨੁਕਸਾਨ ਹੋਇਆ? ਅਸਲ ਵਿੱਚ ਨਾ ਤਾਂ ਉਹ ਸਿੱਖ ਸੀ, ਨਾ ਉਹ ਪੰਥਕ ਸੀ। ਉਹਦੀ ਜਿਹੜੀ ਅਸੀਂ ਬੈਕਗਰਾਊਂਡ ਕੱਢੀ ਹੈ, ਮੇਰੇ ਖਿਆਲ 'ਚ ਦਿੱਲੀ ਦੇ ਵਿੱਚ 2 ਦਰਜਨ ਤੋਂ ਵੱਧ ਉਹਦੇ 'ਤੇ ਕੋਠੀਆਂ 'ਤੇ ਕਬਜ਼ੇ ਕਰਨ ਦੇ ਕੇਸ ਦਰਜ ਹੋ ਚੁੱਕੇ ਆ, ਜਿਹੜੇ ਨਜਾਇਜ਼ ਤਰੀਕੇ ਨਾਲ। ਬਹੁਤ ਸਾਰੇ ਪਰਿਵਾਰ ਇਹੋ ਜਿਹੇ ਜਿਹੜੇ ਉਹਨੇ ਲਾਪਤਾ ਹੀ ਕਰਤੇ ਆਪਣੀ। ਸੰਨ 2000 'ਚ ਦਿੱਲੀ 'ਚ ਗਿਆ ਸੀ, 2021 ਤੱਕ ਅੱਜ ਅਰਬਾਂ ਦੀ ਉਹ ਪ੍ਰਾਪਰਟੀ ਬਣਾ ਰੱਖੀ ਉਹਨੇ ਆਪਣੀ। ਦੂਜੀ ਗੱਲ, ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਇੱਕ ਸਿੱਖ ਚਿਹਰਾ ਬਣਾ ਕੇ ਮੂਹਰੇ ਪੇਸ਼ ਕਰਤਾ, ਕਿਉਂਕਿ ਚੋਰ ਦੀ ਚੋਰ ਨਾਲ ਯਾਰੀ। ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਗੋਲਕ ਲੁੱਟਣ ਦਾ ਸਵਾਦ ਸੀ, ਅਤੇ ਉੱਥੇ ਉਹਨੇ ਦਿੱਲੀ ਕਮੇਟੀ ਦੀ ਗੋਲਕ ਦੀ ਵਰਤੋਂ ਕਰਨੀ ਸੀ, ਅਤੇ ਇਹਨੂੰ ਸਿੱਖ ਚਿਹਰਾ ਬਣਾ ਕੇ ਉਹਨੇ ਪੈਸੇ ਦੀ ਵਰਤੋਂ ਦੇ ਨਾਲ ਲਿਆ ਕੇ ਇਹਨੂੰ ਪੇਸ਼ ਕਰਤਾ।
2013 ਤੋਂ ਲੈ ਕੇ 2021 ਤੱਕ ਇਹਨੇ ਜੋ ਉੱਥੇ ਗੁੱਲ ਖੜਾਏ 123 ਕਰੋੜ। ਮੈਂ ਜਿਹੜੀ ਹਿਸਟਰੀ ਕੱਢੀ ਉੱਥੇ ਸਰਨਾ ਸਾਹਿਬ ਇਹਨਾਂ ਦੇ ਕਹਿਣ ਮੁਤਾਬਕ ਉਹ ਜਦੋਂ ਕਮੇਟੀ ਛੱਡੀ ਆ ਛੱਡ ਕੇ ਗਏ ਸੀ 123 ਕਰੋੜ ਰੁਪਈਆ। 123 ਕਰੋੜ ਰੁਪਈਆ ਤੇ ਉਹ ਖਤਮ ਹੋਇਆ ਉਹਨਾਂ ਦਾ। ਅੱਜ 450 ਕਰੋੜ ਰੁਪਈਆ ਕਰਜ਼ਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਆ। ਉਹ ਕਿੱਥੇ ਗਿਆ ਪੈਸਾ? ਪ੍ਰਕਾਸ਼ ਸਿੰਘ ਬਾਦਲ ਦੇ ਘਰ ਵਿੱਚ ਗਿਆ ਜਾਂ ਸਿਰਸੇ ਦੇ ਘਰ ਵਿੱਚ ਗਿਆ? ਇਹ ਕਿਤੇ ਵੀ ਜਾਵੇ ਇਹਦਾ ਕੌਮ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ। ਇਹਦਾ ਚੰਗਾ ਹੋ ਗਿਆ, ਇਹ ਕੂੜਾ ਸੀਗਾ, ਕੂੜਾ ਹੂੰਝ ਕੇ ਰੂੜੀ ਦੇ ਉੱਤੇ ਸਿੱਟਤਾ, ਇਹ ਚੰਗਾ ਹੋ ਗਿਆ ਜਾਣਾ ਇਹਦਾ। ਜੇ ਜਿੱਥੇ ਵੀ ਜਾਵੇ ਇਹ ਕੌਮ ਦਾ ਨੁਕਸਾਨ ਨਹੀਂ। ਕੌਮ ਦਾ ਨੁਕਸਾਨ ਉਦੋਂ ਕਰ ਰਿਹਾ ਸੀ ਜਦੋਂ ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੁਰਸੀ ਤੇ ਬੈਠ ਕੇ ਇਹੋ ਜਿਹੇ ਸਿੱਖਾਂ ਦੀ ਨੁਮਾਇੰਦਾ ਹੋਣ ਕਰਕੇ ਆਪਣੇ ਆਪ ਨੂੰ ਪੇਸ਼ ਕਰਦਾ ਸੀ। ਜੀ ਸੋ ਭਾਈ ਸਾਹਿਬ, ਤੁਹਾਨੂੰ ਵੀ ਲੱਗਦਾ ਹੈ ਕਿ ਦਿੱਲੀ ਦੇ ਸਿੱਖਾਂ ਨੇ ਵੀ ਧੋਖਾ ਖਾਦਾ ਹੈ? ਮਨਜਿੰਦਰ ਸਿੰਘ ਸਿਰਸਾ ਦਿੱਲੀ ਕਮੇਟੀ ਦੇ ਰਹੇ ਨੇ ਪ੍ਰਧਾਨ, ਤੇ ਉਹਨਾਂ ਦੇ ਜਾਣ ਨਾਲ ਕੀ ਸਿੱਖਾਂ ਨੂੰ ਨੁਕਸਾਨ ਨਹੀਂ ਹੋਇਆ? ਨਹੀਂ, ਸਿਰਸਾ ਤੇ ਕਦੀ ਚਿਹਰਾ ਹੀ ਨਹੀਂ ਹੈਗਾ। ਚਿਹਰਾ ਨਹੀਂ ਕਦੀ ਇਹਨਾਂ ਨੇ ਬਣਾਇਆ। ਚਿਹਰਾ ਮਨਜੀਤ ਸਿੰਘ ਜੀਕੇ ਨੇ ਬਣਾਇਆ ਹੈ, ਕਿਉਂਕਿ ਉਹਦਾ ਬਾਪੂ ਸੀ ਸੰਤੋਖ ਸਿੰਘ ਜਥੇਦਾਰ। ਸਿਰਸੇ ਨੂੰ ਤੇ ਇਹਨਾਂ ਨੇ ਲਿਆਂਦਾ ਸੀ ਕਿਉਂਕਿ ਜਿਹੜਾ ਇਹਨਾਂ ਦਾ ਧੰਦਾ ਵਾ, ਲੋਕ ਕਹਿ ਰਹੇ ਆ ਅਕਾਲੀਆਂ ਦਾ, ਬਾਦਲ ਕਾ, ਉਹ ਉਸੇ ਸੱਭਿਆਚਾਰ ਦਾ ਸਿਰਸਾ ਹੀ। ਜੂਆ ਵੀ ਖੇਡਦਾ ਸੀ, ਹੋਰ ਉਹ 'ਚ 100 ਅਲਾਮਤਾਂ ਸੀ। ਇਹ ਕਰਕੇ ਸਿਰਸਾ ਇਹਨਾਂ ਨੂੰ ਫਿੱਟ ਪੈਂਦਾ ਸੀ ਤੇ ਸਿਰਸਾ ਨਾਲ ਲਿਆਂਦਾ। ਆ ਪਿਛਲੇ ਦਿਨੀ ਰਣਜੀਤ ਸਿੰਘ ਕੁੱਕੀ ਹੋਣਾ ਨੇ ਬਿਆਨ ਦਿੱਤਾ ਸੀ ਵੀ ਮੇਰੀ ਇੱਕ ਪਟਿਆਲੇ ਦੇ ਵੱਡੇ ਅਕਾਲੀ ਲੀਡਰ ਨਾਲ ਗੱਲ ਹੋ ਰਹੀ, ਵੀ ਗੱਲ ਨਿਕਲ ਕੇ ਇਹ ਆ ਰਹੀ ਵੀ ਸੁਖਬੀਰ ਬਾਦਲ ਦਾ 1000 ਕਰੋੜ ਰੁਪਈਆ ਸਿਰਸੇ ਕੋਲ ਪਿਆ ਹੈ ਤੇ ਸਿਰਸੇ ਨੇ ਉਹ ਵੀ ਹੁਣ ਗਬਨ ਕਰਨਾ ਹੈ। ਤੇ ਉਹਨੇ ਫਿਰ ਇਹੋ ਸਹੀ ਸਮਝਿਆ ਕਿ ਹੁਣ ਆਪਾਂ, ਕਿਉਂਕਿ ਇਹਨਾਂ ਦੇ ਪੱਲੇ ਤੇ ਕੁਛ ਰਿਹਾ ਨਹੀਂ ਆ, ਤੇ ਆਪਾਂ ਬੀਜੇਪੀ ਦੇ ਵਿੱਚ ਚੱਲ ਜਾਈਏ। ਭਾਵੇਂ ਕਿ ਉਹ ਪਹਿਲਾਂ ਵੀ ਜਦੋਂ MLA ਬਣਦਾ 2 ਵਾਰੀ, ਉਹ ਬਣਦਾ ਵਾ ਕਮਲ ਦੇ ਸਿੰਬਲ 'ਤੇ, ਔਰ ਉਦੋਂ ਅਕਾਲੀਆਂ ਤੇ ਜਥੇਦਾਰ ਨੂੰ ਸਮਝ ਨਹੀਂ ਆਈ ਵੀ ਕਮਲ ਦੇ ਸਿੰਬਲ ਦੇ ਉੱਤੇ ਅਸੀਂ ਬੰਦੇ ਜਿਤਾ ਕੇ ਦਿੱਲੀ ਕਮੇਟੀ ਦੇ ਪ੍ਰਧਾਨ ਬਣਾ ਰਹੇ ਹਾਂ। ਉਹ ਬੀਜੇਪੀ ਦੀ ਦਖਲਅੰਦਾਜ਼ੀ ਨਹੀਂ, ਉਹ ਵੀ ਦਖਲਅੰਦਾਜ਼ੀ। ਪਰ ਅੱਜ ਇਹਨਾਂ ਨੂੰ ਤਾਂ ਲੱਗਾ ਕਿਉਂਕਿ ਉਹਨੇ ਧੜਾ ਬਣਾ ਲਿਆ। ਉਹਨੇ 22 ਮੈਂਬਰ ਦਿੱਲੀ ਕਮੇਟੀ ਦੇ ਅਮਿਤ ਸ਼ਾਹ ਦੇ ਘਰੇ ਖੜੇ ਔਰ ਕਿਹਾ ਕਿ ਹੁਣ ਥੋੜ੍ਹੇ ਬੰਦੇ ਘੱਟ ਆ ਅਤੇ ਅਸੀਂ ਬਣਾ ਜਾਣੀ ਆ ਆਪਣੀ ਕਮੇਟੀ, ਤੁਸੀਂ ਸਾਡੇ 'ਤੇ ਥਾਪੜਾ ਰੱਖੋ। ਭਾਵੇਂ ਕਿ ਇਹ ਕਦੀ ਇਤਿਹਾਸ 'ਚ ਹੋਇਆ ਹੀ ਨਹੀਂ। ਅਕਾਲੀ ਦਲ ਮਾੜਾ ਜਾਂ ਚੰਗਾ, ਅਕਾਲੀ ਦਲ ਹੀ ਗੁਰਦੁਆਰਿਆਂ ਦਾ ਪ੍ਰਬੰਧ ਕਰਦਾ ਰਿਹਾ। ਇੱਥੇ ਸਿੱਖ ਸੰਗਤ ਬੋਰਡ ਬਣਦੇ ਰਹੇ, ਹੋਰ ਬੜੀਆਂ ਪਾਰਟੀਆਂ ਬਣਾਉਂਦੀਆਂ ਰਹੀਆਂ ਵੀ SGPC ਦੇ ਕਬਜ਼ਾ ਕਰਨਾ ਜਾਂ ਦਿੱਲੀ ਕਮੇਟੀ 'ਤੇ ਕਰਨਾ। ਅਕਾਲੀ ਹੀ ਇਹਦੀ ਸੇਵਾ ਨਿਭਾਉਂਦੇ ਰਹੇ। ਉਹ ਅਕਾਲੀ ਭਾਵੇਂ ਇੱਥੇ ਸਿੱਧਾ ਮੇਨ ਸ਼੍ਰੋਮਣੀ ਅਕਾਲੀ ਦਲ ਹੀ, ਭਾਵੇਂ ਦਿੱਲੀ ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਸਿਖਾਏ ਹੋਏ ਪਰਮਜੀਤ ਸਿੰਘ ਸਰਨੀ ਹੋਣੀ, ਪਰ ਗੁਰਦੁਆਰਿਆਂ 'ਤੇ ਕਿਤੇ ਨਾ ਕਿਤੇ ਪ੍ਰਬੰਧ ਅਕਾਲੀਆਂ ਦਾ ਹੀ ਰਿਹਾ, ਸਿੱਧਾ ਬੀਜੇਪੀ ਦਾ ਜਾਂ ਸਿੱਧਾ ਕਾਂਗਰਸ ਦਾ ਨਹੀਂ ਹੋਇਆ। ਹਾਂ ਠੀਕ ਆ, ਜਿਵੇਂ ਉਹਨਾਂ ਨੇ ਆਖਿਆ ਵੀ ਕਿਸੇ ਨਾ ਕਿਸੇ ਧਾਰਾ ਦੇ ਨਾਲ ਉਹਨਾਂ ਦੀ ਨੇੜਤਾ ਹੁੰਦੀ ਆ ਅਤੇ ਹੋਊਗੀ ਵੀ, ਕਿਉਂਕਿ ਉਵੇਂ ਕੋਈ ਵੀ ਨਹੀਂ ਚੱਲ ਸਕਦਾ। ਪਰ ਹੁਣ ਅਕਾਲੀਆਂ ਦੇ ਵਾਸਤੇ ਧਰਮ ਸੰਕਟ ਖੜਾ ਹੋ ਗਿਆ। ਜੇ ਉਹ ਦਿੱਲੀ ਦੇ ਅੰਦਰ ਸਿਰਸੇ ਦੇ ਖਿਲਾਫ ਨਹੀਂ ਅੜਦੇ, ਸਿਰਸਾ ਆਪਣੀ ਉੱਥੇ ਬਣਾ ਜੂਗਾ, ਉਹ ਹੋਰ ਗੁਰਦੁਆਰਿਆਂ ਨੂੰ ਲੁਟਾਊਗਾ, ਅਤੇ ਦੂਜੇ ਪਾਸੇ ਉਹ ਸਾਂਝ ਕੇ ਨਾ ਪਾਉਣ। ਔਰ ਉਹਨਾਂ ਲਈ ਇਹ ਮੁਸ਼ਕਿਲ ਨਹੀਂ, ਉਹ ਇਹ ਦੁਬਿਧਾ ਦੇ ਵਿੱਚ ਆ ਵੀ ਹੁਣ ਕੀਤਾ ਕੀ ਜਾਵੇ। ਜਾਂ ਤਾਂ ਉਹ ਜਿਨ੍ਹਾਂ ਨੂੰ ਆਪਣੇ ਵਿਰੋਧੀ ਮੰਨਦੇ ਆ, ਅਤੇ ਜਿਵੇਂ ਇਹਨਾਂ ਨੇ ਆਖਿਆ ਵੀ ਆਪਾਂ ਗੁਰਦੁਆਰਿਆਂ 'ਚ ਦਖਲਅੰਦਾਜ਼ੀ ਨਹੀਂ, ਜੇ ਤਾਂ ਵਾਕਿਆ ਇਹਨਾਂ ਦੀ ਇਹ ਸੋਚ ਹੋਊਗੀ ਪੰਥ ਵਾਲੀ ਵੀ ਗੁਰਦੁਆਰਿਆਂ 'ਚ ਬੀਜੇਪੀ ਦੀ ਅਸੀਂ ਦਖਲਅੰਦਾਜ਼ੀ ਨਹੀਂ ਕਰਨੀ, ਫਿਰ ਉਹ ਉਹਨਾਂ ਨੂੰ ਸਪੋਰਟ ਕਰ ਦੇਣਗੇ ਜਿਹੜੇ ਬੀਜੇਪੀ ਦੇ ਥਾਟ ਵਾਲੇ ਨਹੀਂ ਆ। ਅਤੇ ਜੇ ਅਜੇ ਵੀ ਅੰਦਰ ਖਾਤੇ ਇਹਨਾਂ ਦਾ ਸਮਝੌਤਾ ਵਾ, ਅਤੇ ਫਿਰ ਉਹ ਸਿਰਸੇ ਦੀ ਕਮੇਟੀ ਆ। ਜੋ ਮੇਨ ਖਤਰਾ ਇਹਨਾਂ ਦਾ ਹੈਗਾ ਕਬਜ਼ੇ ਦਾ, ਉਹ ਖਤਰਾ ਲੱਗ ਰਿਹਾ ਵੀ ਸਿਰਸਾ ਆਪਣਾ ਧੜਾ ਬਣਾ ਕੇ ਕਬਜ਼ਾ ਨਾ ਕਰ ਜੇ, ਅਤੇ ਕਬਜ਼ੇ ਤੋਂ ਬਾਅਦ ਅਕਾਲੀ ਦਲ, ਕਿਉਂਕਿ ਉੱਥੇ ਲੀਰਾਂ ਹੋ ਗਿਆ ਬਾਦਲ ਵਾਲਾ, ਇਹਨਾਂ ਕੋਲ 6-7 ਮੈਂਬਰ ਜਿਵੇਂ ਦੱਸਿਆ ਜਾ ਰਿਹਾ ਵੀ ਜੇ ਸਿਰਸੇ ਦਾ ਧੜਾ ਕਾਬਜ਼ ਹੁੰਦਾ, ਉਹ ਤੋਂ ਬਾਅਦ ਇਹਦਾ ਆਪਣਾ ਧੜਾ ਬਣਾ ਲੈਣਾ। ਇਹ ਫਿਰ ਅਕਾਲੀ ਦਲ ਬਾਦਲ ਦਾ ਸਫਾਇਆ ਕਰ ਦੇਣਗੇ ਅਤੇ ਸਾਡੀ ਹੋਂਦ ਨਹੀਂ ਬਚਣੀ। ਇਹ ਕਰਕੇ ਇਹਨੂੰ ਵਾਰ-ਵਾਰ ਸਾਰਿਆਂ ਨੇ ਉਛਾਲਿਆ ਵਾ ਵੀ ਸਿਰਸਾ ਜਿਹੜਾ ਵੱਡਾ ਖਤਰਾ ਆ ਗਿਆ, ਵੱਡਾ ਖਤਰਾ ਆ ਗਿਆ। ਠੀਕ ਆ, ਜੇ ਬੀਜੇਪੀ ਦੀ ਸਿੱਧੀ ਦਖਲਅੰਦਾਜ਼ੀ ਹੋਈ ਤਾਂ ਖਤਰਾ ਹੈਗਾ ਵਾ, ਪਰ ਉਹ ਦਖਲਅੰਦਾਜ਼ੀ ਪਹਿਲਾਂ ਤੋਂ ਹੀ ਚਾਲੂ ਸੀ। ਚਲੋ ਪੜ੍ਹਿਆ ਲਿਖਿਆ ਇੱਕ ਜਥੇਦਾਰ ਆਇਆ ਹੈ, ਚੰਗੀ ਸੋਚ ਵਾਲਾ ਆਇਆ ਹੈ, ਪਰ ਜਦੋਂ ਇਹਦੇ ਕੰਮ ਵੇਖੇ, ਪਿਛਲੇ ਦਿਨੀ ਇਸੇ ਜਥੇਦਾਰ ਨੇ ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 2 ਸਾਲ ਪ੍ਰਧਾਨ ਰਿਹਾ, ਪਹਿਲਾਂ ਜਨਰਲ ਸਕੱਤਰ ਰਿਹਾ। ਉਹਨੇ ਘੱਟੋ ਘੱਟ 500 ਕਰੋੜ ਰੁਪਏ ਦਾ ਘਪਲਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀਤਾ, ਜਿਹਦੇ ਕਿ ਉਹਦੇ 'ਤੇ ਕੋਰਟ ਦੇ ਰਾਹੀਂ FIR ਹੋਈਆਂ ਔਰ ਲੁੱਕ-ਆਊਟ ਨੋਟਿਸ ਵੀ ਉਹਦੇ 'ਤੇ ਜਾਰੀ ਕਰ ਦਿੱਤੇ ਗਏ। ਔਰ ਪਿਛਲੇ ਦਿਨੀ ਜਦੋਂ ਉਹ BJP 'ਚ ਜਾਂਦਾ, ਜਥੇਦਾਰ ਉਹਦੀ ਪ੍ਰਵਰਤਾ ਕਰਦਾ, ਨਹੀਂ ਜੀ ਇਹ ਤਾਂ ਪੁਰਾਣੇ ਸਿੱਖਾਂ ਵਾਂਗੂ ਇਹਦੇ ਸਿਰ 'ਤੇ ਤਲਵਾਰ ਰੱਖੀ ਗਈ ਸੀ। ਪੁਰਾਣੇ ਸਿੱਖਾਂ ਦੀ, ਇੱਕ ਮਿੰਟ, ਪੁਰਾਣੇ ਸਿੱਖਾਂ ਦੇ
ਉੱਥੇ ਧਰਮ ਦਾ ਮਸਲਾ ਹੁੰਦਾ ਸੀ। ਉਹ ਧਰਮ ਨਹੀਂ ਛੱਡਦੇ ਸੀ, ਬੰਦ ਕਟਵਾ ਜਾਂਦੇ ਸੀ। ਉਹ ਧਰਮ ਨਹੀਂ ਛੱਡਦੇ ਸੀ, ਚਰਖੜੀਆਂ ਤੇ ਚੜ੍ਹ ਜਾਂਦੇ ਸੀ। ਉਹਨਾਂ ਨੇ ਧਰਮ ਨਹੀਂ ਛੱਡਿਆ। ਬੇਸ਼ੱਕ ਚਮਕੌਰ ਦੀ ਗੜੀ ਵਾਂਗੂ ਦਰਬਾਰ ਸਾਹਿਬ 'ਚ ਵੀ ਲੜੇ। ਉਹ ਸਾਡੇ ਸਾਹਮਣੇ 84 ਦੀ ਗੱਲ ਆ, ਸਾਨੂੰ ਸੁਰਤ ਆ ਉਸ ਟਾਈਮ ਦੀ। ਆਹੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਧਾਰਾ 25-20 ਦਾ ਰੌਲਾ ਪਾ ਕੇ ਦਿੱਲੀ ਦੇ ਵਿੱਚ ਸਾੜ ਕੇ ਧਾਰਾ 25-20 ਦੀਆਂ ਕਾਪੀਆਂ ਸਿੱਖ ਫੌਜੀਆਂ ਨੂੰ ਗੁੰਮਰਾਹ ਕੀਤਾ। ਵਿਚਾਰਿਆਂ ਨੂੰ ਬੈਰਕਾਂ ਛੱਡ ਕੇ ਕਈ ਗੋਲੀਆਂ ਦਾ ਸ਼ਿਕਾਰ ਹੋ ਗਏ ਅਤੇ ਕਈ ਅੱਜ ਰੁਲਦੇ ਤੁਰੇ ਫਿਰਦੇ ਆ। ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਉੱਥੇ ਇਹ ਸਭ ਕੁਝ ਹੋ ਰਿਹਾ ਸੀ, ਉਹ ਕਿੱਥੇ ਗਿਆ? ਮੈਂ ਗੱਲ ਉੱਥੇ ਆਵਾਂ ਜਥੇਦਾਰ 'ਤੇ। ਅੱਜ ਜਥੇਦਾਰ ਇਹ ਗੱਲ ਕਹਿ ਰਿਹਾ ਕਿ ਪੰਥ ਖਤਰੇ ਵਿੱਚ ਹੈ, ਸਾਨੂੰ ਇਕੱਠੇ ਹੋਣਾ ਚਾਹੀਦਾ ਹੈ। ਪੰਥ ਕਦੇ ਵੀ ਖਤਰੇ 'ਚ ਨਹੀਂ ਹੋਇਆ, ਮੈਂ ਦੱਸਾਂ। ਪਰ ਇਕੱਠੇ ਹੋਣ ਦਾ ਜਿਹੜਾ ਉਹਨਾਂ ਦਾ ਸੁਨੇਹਾ ਉਹ ਕੋਈ ਗਲਤ ਤਾਂ ਨਹੀਂ ਹੈਗਾ? ਨਹੀਂ, ਇਕੱਠੇ ਹੋਣਾ ਕਿਹੜੀ ਨੀਤੀ ਤੇ ਨੀਅਤ ਕਿੱਦਾਂ ਦੀ ਉਹਨਾਂ ਦੀ। ਅੱਜ ਪੰਥ ਉਹਨਾਂ ਦੀ ਨੀਤੀ ਤੇ ਨੀਅਤ ਤੇ ਉੱਥੇ ਯਕੀਨ ਨਹੀਂ ਕਰਦਾ, ਕਿਉਂਕਿ ਉਹ ਜਿਨ੍ਹਾਂ ਲੋਕਾਂ ਦੀ ਕਮਾਂਡ ਥੱਲੇ ਇਕੱਠਾ ਕਰਨਾ ਚਾਹੁੰਦੇ ਆ। ਅਕਾਲੀ ਦਲ ਅੱਜ ਵੀ ਮਜ਼ਬੂਤ ਹੈ। ਸਾਡੇ ਪੁਰਖਿਆਂ ਨੇ ਅਕਾਲੀ ਦਲ ਦੇ ਲਈ, ਪੰਜਾਬੀ ਸੂਬੇ ਦੇ ਲਈ ਕੁਰਬਾਨੀਆਂ ਕੀਤੀਆਂ। ਅਸੀਂ ਅਕਾਲੀ ਦਲ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ, ਪਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਪ੍ਰਵਾਨ ਨਹੀਂ ਕਰਦੇ। ਅੱਜ ਵੀ ਪੰਜਾਬ ਦਾ ਸਿੱਖ ਅਕਾਲੀ ਦਲ ਤੋਂ ਕਦੇ ਵੀ ਬੇਮੁਖ ਨਹੀਂ ਹੋਇਆ। ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਕਰਕੇ ਅਕਾਲੀ ਦਲ ਤੋਂ ਦੂਰ ਹੋ ਕੇ ਅੱਜ ਬੀਜੇਪੀ ਵਰਗੀਆਂ ਸ਼ਕਤੀਆਂ, ਅੱਜ ਮੈਂ ਕਹਾਂ ਸਾਡੇ ਕੋਲ 2 ਸ਼ਕਤੀਆਂ ਸੀ, ਇੱਕ ਸ੍ਰੀ ਦਰਬਾਰ ਸਾਹਿਬ, ਇੱਕ ਅਕਾਲ ਤਖਤ ਸਾਹਿਬ। ਅੱਜ ਦੋਵੇਂ ਧੜੇ ਤੇ ਧੰਦੇ ਵਾਲੇ ਲੋਕਾਂ ਦਾ ਸ਼ਿਕਾਰ ਹੋ ਗਈਆਂ। ਧੰਦੇ ਵਾਲੇ ਲੋਕ ਜਿਨ੍ਹਾਂ ਨੇ ਆਪਣੇ ਫਰਜ਼ਾਂ ਨੂੰ ਭੁੱਲ ਕੇ ਇਹਨਾਂ ਧੜੇ ਵਾਲੇ ਲੋਕਾਂ ਦੀਆਂ ਨੀਲੀਆਂ ਖੱਟੀਆਂ ਪੱਗਾਂ ਵਾਲਿਆਂ ਦੀ ਚਾਕਰੀ ਕਰਨੀ ਸ਼ੁਰੂ ਕਰਤੀ। ਅੱਜ ਕਦੇ ਭਨਿਆਰੇ ਵਾਲੇ ਦੀ ਗੱਲ ਕੀਤੀ ਵੀਰ ਜੀ ਨੇ। ਭਨਿਆਰੇ ਵਾਲਾ ਕਾਂ ਆਉਂਦਾ, ਸਾਡੀਆਂ ਦੋਵੇਂ ਬਾਹਾਂ ਤੋੜਤੀਆਂ। ਲੱਤਾਂ ਸਾਡੀਆਂ ਪਹਿਲਾਂ ਤੋੜੀਆਂ ਸੀ, 84 ਸਾਡੀਆਂ ਬਾਹਾਂ ਵੀ ਤੋੜ ਕੇ ਸਾਨੂੰ ਅੱਜ ਸਿੱਖ ਧਰਮ ਚਰਾਏ 'ਚ ਪਿਆ ਹੈ ਬਿਨਾਂ ਲੱਤਾਂ ਬਾਹਾਂ ਤੋਂ। ਕਦੇ ਭਨਿਆਰੇ ਵਾਲਾ ਕਾਂ ਠੂੰਗਾ ਮਾਰਦਾ, ਕਦੇ ਨੂਰ ਮਹਿਲੀਆ, ਕਦੇ ਬਿਆਸ ਵਾਲਾ, ਕਦੇ ਸਰਸੇ ਵਾਲਾ। ਪ੍ਰਕਾਸ਼ ਸਿੰਘ ਬਾਦਲ ਦੀ ਇਹਨਾਂ ਨਾਲ ਵੋਟ ਸਮਝੌਤੇ ਹੁੰਦੇ ਆ। ਜਿੱਥੇ ਬੀਜੇਪੀ ਨਾਲ ਸਮਝੌਤਾ ਹੈ, ਉੱਥੇ ਸਿਰਸੇ ਵਾਲੇ ਨਾਲ ਵੀ ਸਮਝੌਤਾ ਹੈ। ਪੰਥ ਨਹੀਂ, ਅੱਜ ਬਾਦਲ ਪਰਿਵਾਰ ਖਤਰੇ 'ਚ ਆ, ਉਹਦੀ ਕੁਰਸੀ ਖਤਰੇ 'ਚ ਆ। ਇਸ ਕਰਕੇ ਪੰਥ ਨੂੰ ਖਤਰੇ 'ਚ ਕਹਿਣਾ ਠੀਕ ਆ, ਉਹਨਾਂ ਦੀ ਸੋਚ ਆ। ਮੇਰੀ ਸੋਚ ਨਹੀਂ ਕਿ ਪੰਥ ਬਾਜਾਂ ਵਾਲੇ ਦਾ ਸਾਜਿਆ ਹੋਵੇ ਤੇ ਕਦੇ ਖਤਰੇ 'ਚ ਪੈ ਜੇ। ਇਹ ਨਹੀਂ ਹੋ ਸਕਦਾ ਕਦੇ। ਇਹ ਬਾਜ ਇਕੱਲਾ ਵੱਜਦੇ ਮਗਰ ਸ਼ਿਕਾਰੀ ਬਹੁਤੇ। ਇਹ ਤੇ ਸ਼ੁਰੂ ਤੋਂ ਹੀ ਆ। ਕਿਸੇ ਵੇਲੇ ਇਹ ਵੀ ਹੋ ਗਿਆ ਸੀ ਵੀ ਜਿਹਦੇ ਸਿਰ ਤੇ ਕੇਸ ਆ, ਜਿਸਕੇ ਸਿਰ 'ਤੇ ਹੋਵੇਂ ਕੇਸ ਰਹਿਣ ਨਾ ਦੇਵੂੰ ਆਪਣੇ ਦੇਸ਼। ਕੇਸਾਂ ਵਾਲੇ ਦਾ ਮਤਲਬ ਹੀ ਹੁੰਦਾ ਸੀ ਵੀ ਬਾਗੀ ਤੈਨੂੰ ਮਾਰ ਦੋ। ਉਹ ਦੌਰ ਵੀ ਰਹੇ। ਪਰ ਹੁਣ ਜ਼ਿਆਦਾ ਖਤਰਾ ਤਾਂ ਲੱਗਦਾ ਉਦੋਂ ਦੇ ਸਿੱਖ ਜਿਹੜੇ ਆ ਉਹ ਆਪਣੇ ਸਿਧਾਂਤ ਅਤੇ ਧਰਮ ਤੋਂ ਟੁੱਟੇ ਨਹੀਂ। ਹੁਣ ਅਸੀਂ ਵਾਕਿਆ ਵੱਡੇ ਖਤਰੇ 'ਚ, ਜੇ ਬਾਦਲ ਦੀ ਗੱਲ ਆਪਾਂ ਛੱਡ ਵੀ ਦਈਏ, ਕਿਉਂਕਿ ਹੁਣ ਜਿਹੜਾ ਸਿੱਖ ਵਾ ਆਪਣੇ ਸਿਧਾਂਤ ਅਤੇ ਧਰਮ ਤੋਂ ਟੁੱਟ ਰਿਹਾ ਵਾ। ਟੁੱਟਣ ਕਰਕੇ ਅੱਗੇ ਸਾਨੂੰ ਮਾਰਿਆ ਜਾਂਦਾ ਫਿਜ਼ੀਕਲ, ਸਰੀਰਕ ਤੌਰ 'ਤੇ। ਸਰੀਰਕ ਤੌਰ 'ਤੇ ਜਦੋਂ ਵੀ ਸਾਡੀ ਕੌਮ ਨੂੰ ਮੁਕਾਉਣ ਦੀ ਗੱਲ ਆਈ, ਕੌਮ ਫੇਰ ਉੱਠ ਖੜੀ ਹੋ ਜਾਂਦੀ। ਹੁਣ ਸਾਨੂੰ ਮਾਰਿਆ ਜਾ ਰਿਹਾ ਨਾਲ ਦੀ ਨਾਲ ਸੋਚ ਪੱਖੋਂ। ਸੋਚ ਪੱਖੋਂ ਜਦੋਂ ਮਾਰਿਆ ਜਾਊਗਾ ਤਾਂ ਉਹ ਵੱਡਾ ਖਤਰਾ ਹੈ ਹੀ ਹੈ, ਕਿਉਂਕਿ ਜੇ ਤੁਹਾਡਾ ਸਿਧਾਂਤ ਅਤੇ ਫਲਸਫਾ ਨਾ ਬਚਿਆ, ਪੰਥ ਸਿਧਾਂਤ ਅਤੇ ਫਲਸਫੇ 'ਤੇ ਟਿਕਿਆ, ਜੇ ਉਹ ਨਾ ਬਚਿਆ ਤਾਂ ਵਾਕਿਆ ਖਤਮ ਹੋ ਜਾਣਾ। ਪਰ ਜਿੱਥੋਂ ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਆ, ਇਹ ਕੋਈ ਇਹਦਾ ਅੱਜ ਨਵਾਂ ਨਾਅਰਾ ਨਹੀਂ ਆ। ਇਹ ਨਾਅਰਾ ਬੜੀ ਵਾਰੀ ਇਹਨੇ ਦੇ ਦਿੱਤਾ, ਪੰਥ ਖਤਰੇ 'ਚ ਆ। ਪੰਥ ਆਪਣੇ ਆਪ ਹੀ ਖਤਰੇ ਤੋਂ ਬਾਹਰ ਹੋ ਜਾਊਗਾ। ਸਭ ਤੋਂ ਵੱਡਾ ਖਤਰਾ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਆ। ਲੋਕ ਇਹ ਕਹਿ ਰਹੇ ਜੇ ਉਹ ਪੰਥ ਤੋਂ ਕਿਨਾਰਾ ਕਰ ਜੇ, ਪੰਥ ਆਪਣੇ ਆਪ ਹੀ ਖਤਰੇ ਤੋਂ ਬਾਹਰ ਹੋ ਜੂ। ਪੰਥ ਸੋਚ ਲੂਗਾ ਸਾਰਾ ਕੁਛ, ਪੰਥ ਬਹਿ ਸਕਦਾ ਵਾ, ਪਰ ਇਹ ਪਰਿਵਾਰ ਜਿਹੜਾ ਵਾ ਅਕਾਲੀ ਦਲ ਦਾ ਖਹਿੜਾ ਜੇ ਛੱਡ ਦੇ।